ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਨਾ ਕੁ ਟਾਈਮ ਸਾਨੂੰ ਹੋ ਗਿਆ ਨਾ ਇੱਥੇ ਸ਼ਬਦ ਵਿਚਾਰ ਕਰਦੇ ਹਾਂ, ਕਾਫੀ ਸਾਰੇ ਗੁਰਮਤਿ ਦੇ ਸਿਧਾਂਤ ਔਰ ਸ਼ਬਦ ਜਿਹੜੇ ਨੇ ਅਸੀਂ ਵਿਚਾਰ ਲਏ ਨੇ। ਉਹਦੇ ਵਿੱਚ ਜਿਤਨੀਆਂ ਵੀ ਗੱਲਾਂ ਅਸੀਂ ਕੀਤੀਆਂ, ਹੱਥ ਰੱਖ ਗਿਰੇਗਾ। ਕਿਉਂਕਿ ਅਸੀਂ ਨਾ ਅੱਗੇ ਜਿਤਨਾ ਵੀ ਅਸੀਂ ਹੁਣ ਹਫ਼ਤੇ ਬਾਅਦ ਜਾਂ 15 ਦਿਨ ਬਾਅਦ ਜਾਂ ਜਿੰਨੇ ਟਾਈਮ ਬਾਅਦ ਵੀ ਅਸੀਂ ਇਸ ਨੂੰ ਸ਼ਬਦ ਵਿਚਾਰ ਕਰਦੇ ਹਾਂ, ਇਸ ਤੋਂ ਇਲਾਵਾ ਜੇਕਰ ਸਾਨੂੰ ਕੋਈ ਚੀਜ਼ਾਂ ਸਮਝ ਆਈਆਂ ਨਾ, ਕੋਈ ਗੁਰਮਤਿ ਦੀ ਗੱਲ ਜਾਂ ਕੁਛ ਅੰਦਰੋਂ ਚਿੱਤ ਕਰਦਾ, ਤੇ ਉਹਦੇ ਵਾਸਤੇ ਕੰਮ ਸਟਾਰਟ ਕਰਨਾ ਬੜਾ ਜ਼ਰੂਰੀ ਹੈ ਅੱਗੇ ਦਾ, ਇਸ ਤੋਂ ਨੈਕਸਟ ਸਟੈਪ ਦੇ ਵਿੱਚ। ਕਈ ਵਾਰੀ ਬੰਦਾ ਅਸੀਂ ਸੋਚਦਾ ਕਿ ਬਈ ਪਹਿਲੇ ਆਪਣੇ ਸਾਰੇ ਕੰਮ ਨਿਪਟਾ ਲਈਏ, ਵਿਹਲੇ ਹੋ ਜਾਈਏ, ਫਿਰ ਇਸ ਪਾਸੇ ਚੱਲਾਂਗੇ। ਮੈਨੂੰ ਨਹੀਂ ਲੱਗਦਾ ਕਿ ਇਸ ਜ਼ਿੰਦਗੀ ਦੇ ਵਿੱਚ ਅਖੀਰਲੇ ਸਾਹ ਤੱਕ ਸਾਡੇ ਕਦੀ ਕੰਮ ਮੁੱਕਣਗੇ, ਜਾਂ ਕਦੀ ਅਸੀਂ ਵਿਹਲੇ ਹੋਵਾਂਗੇ, ਜਾਂ ਕਦੀ ਸਾਨੂੰ ਇਹ ਲੱਗੇਗਾ ਕਿ ਹਾਂ ਵੀ ਹੁਣ ਬਸ ਸਭ ਕੁਝ ਨਿਬੜ ਗਿਆ। ਐਸਾ ਸਮਾਂ ਸ਼ਾਇਦ ਜਿੰਦੇ ਜੀ ਇਸ ਸਾਹ ਚਲਦਿਆਂ ਦੇ ਵਿੱਚ ਸ਼ਾਇਦ ਨਹੀਂ ਆਇਆ, ਨਾ ਆਉਣਾ। ਔਰ ਜੇ ਸਾਨੂੰ ਕੁਝ ਸਮਝ ਆਈ ਤਾਂ ਸਾਡੀ ਕੋਈ ਜ਼ਿੰਮੇਵਾਰੀ ਵੀ ਬਣਦੀ ਹੈ, ਜੋ ਅਸੀਂ ਗੁਰੂ ਸਾਹਿਬ ਤੋਂ ਜਾਂ ਸੁਸਾਇਟੀ ਤੋਂ ਜਾਂ ਸਮਾਜ ਤੋਂ ਅਸੀਂ ਲਿਆ, ਉਹਨੂੰ ਵਾਪਸ ਦੇਣ ਦੀ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ। ਔਰ ਕੁਝ ਅੱਜ ਫਰਜ਼ ਨਿਭਾਵਾਂਗੇ ਅੱਗੇ, ਤੇ ਸ਼ਾਇਦ ਸਾਡੀ ਆਉਣ ਵਾਲੀ ਪਨੀਰੀ, ਆਉਣ ਵਾਲਾ ਜਿਹੜਾ ਟਾਈਮ ਹੈ, ਆਉਣ ਵਾਲੀ ਜਨਰੇਸ਼ਨ ਹੈ, ਉਹਨੂੰ ਕੁਝ ਲਾਭ, ਕੋਈ ਫਾਇਦਾ ਮਿਲੇ। ਕਿਉਂਕਿ ਅੱਜ ਕੁਝ ਡਿਫਰੈਂਟ ਮੈਂ ਢੰਗ ਦੇ ਨਾਲ ਗੱਲ ਨੂੰ ਸਮਝੀਏ, ਕਿਉਂਕਿ ਮੈਨੂੰ ਲੱਗਦਾ ਕਿ ਜਿਹੜੇ ਕੁਝ ਲਫ਼ਜ਼ ਨੇ ਐਸੇ, ਫਰਜ਼ ਕਰੋ ਜਪਜੀ ਸਾਹਿਬ ਦੇ ਵਿੱਚ ਅਸੀਂ ਪੌੜੀ ਲੈਂਦੇ ਹਾਂ ਇੱਕ, ਜਿਹਦੇ 'ਚੋਂ ਕਹਿੰਦੇ ਨੇ ਅਹਰਣ ਮਤ ਵੇਦ ਹਥਿਆਰ ਪਾਓ ਖਲਾ ਗੰਦ ਪਤਾਓ। ਉਹ ਸਾਰੀਆਂ ਗੱਲਾਂ ਨੇ ਨਾ। ਹੁਣ ਉਹ ਜਿਹੜੇ ਕੁਛ ਉਹਦੇ 'ਚ ਲਫ਼ਜ਼ ਹੈਗੇ ਨੇ, ਖਲਾ, ਅਹਰਣ, ਹੁਣ ਅਹਰਣ ਜਿਹੜੀ ਉਹ ਜਿਹਦੇ ਤੇ ਰੱਖ ਕੇ ਚੋਟ ਪਾ ਰਹੀ, ਹੁਣ ਹੋ ਸਕਦਾ ਆਉਣ ਵਾਲੇ 50, 60, 100 ਸਾਲਾਂ ਬਾਅਦ ਅੱਜ ਵੀ ਉਹ ਚੀਜ਼ ਖਤਮ ਹੋ ਚੁੱਕੀ ਹੈ, ਲੇਕਿਨ ਗੁਰੂ ਸਾਹਿਬ ਨੇ ਉਦੋਂ ਦੇ ਐਗਜ਼ਾਮਪਲ ਲਏ ਨੇ, ਉਸ ਟਾਈਮ 'ਤੇ ਜੋ ਯੂਜ਼ ਹੁੰਦੀਆਂ ਸੀ ਚੀਜ਼ਾਂ। ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ 10, 20, 50, 100 ਸਾਲਾਂ ਬਾਅਦ ਇਹ ਬਿਲਕੁਲ ਅਲੋਪ ਹੀ ਹੋ ਜਾਏ ਚੀਜ਼। ਤੇ ਅੱਜ ਸਾਡੇ ਕੋਲ ਉਹ ਲਫ਼ਜ਼ਾਂ ਦੇ ਮੀਨਿੰਗ ਹੈ ਨੇ, ਤੇ ਅਸੀਂ ਉਸ ਮੀਨਿੰਗ ਨੂੰ ਕਰਕੇ ਅੱਗੇ ਸੁਸਾਇਟੀ ਤੱਕ ਦੇ ਜਾਈਏ ਤਾਂ ਕਿ ਇਹ ਚੱਲਦਾ ਰਹੇ। ਨਹੀਂ ਤੇ ਇਹ ਲਫ਼ਜ਼ ਆਉਣ ਵਾਲੀ ਪਨੀਰੀ ਨੂੰ ਸ਼ਾਇਦ ਸਮਝਣ ਵੀ ਔਖੇ ਹੋਣ, ਹੁੰਦਾ ਕੀ ਹੈ। ਜਿੱਥੇ ਉੱਥੇ ਲਫ਼ਜ਼ ਹੈਗਾ ਨਾ ਅਹਰਣ ਮਤ ਵੇਦ, ਉੱਥੇ ਵੇਦ ਹਥਿਆਰ ਨਹੀਂ ਹੈ, ਹਥਿਆਰ ਹੈ। ਸਿਆਰੀ ਲੱਗੀ ਆ, ਬਿਆਰੀ ਲੱਗੀ, ਸੌਰੀ, ਹਥਿਆਰ ਵੱਡੀ ਦੀ ਮਾਤਰਾ। ਹਥਿਆਰ ਦਾ ਮਤਲਬ ਹੈਗਾ ਹਥੌੜਾ, ਹੱਥੀ ਜਿਹੜਾ ਹੁੰਦਾ, ਜਿਹੜਾ ਹੱਥ 'ਚ ਫੜ ਕੇ ਚਲਾਉਣ ਵਾਲਾ ਹਥਿਆਰ, ਵੈਪਨ ਨਹੀਂ ਹੈ। ਸੋ ਇਸ ਤਰ੍ਹਾਂ ਦੇ ਕੁਝ ਗ੍ਰਾਮਰ ਦੀਆਂ ਜਿਹੜੀਆਂ ਗੱਲਾਂ ਹੈਗੀਆਂ, ਜਾਂ ਜਿਸ ਤਰ੍ਹਾਂ ਨਾਮ ਬੀਜ ਸੰਤੋਖ ਸੁਹਾਗਾ। ਹੁਣ ਆਉਣ ਵਾਲੇ ਟਾਈਮ 'ਚ ਸ਼ਾਇਦ ਸੁਹਾਗਾ ਵੀ ਕਿਸੇ ਨੂੰ ਨਾ ਪਤਾ ਹੋਏ, ਬੱਚਿਆਂ ਨੂੰ ਸੁਹਾਗਾ ਕੀ ਹੁੰਦਾ, ਰੱਖ ਗਰੀਬ। ਹੁਣ ਗੁਰੂ ਸਾਹਿਬ ਨੇ ਉਦੋਂ ਦਾ ਐਗਜ਼ਾਮਪਲ ਲਿਆ, ਉਦੋਂ ਸੁਹਾਗਾ। ਇਸ ਤਰ੍ਹਾਂ ਦੇ ਕਿਤਨੇ ਹੀ ਵਰਡ, ਲਫ਼ਜ਼ ਐਸੇ ਹੈਗੇ ਨੇ ਜਿਹੜੇ ਕਿ ਅੱਜ ਸਾਨੂੰ ਸ਼ਾਇਦ ਪਤਾ ਨੇ, ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੀ ਪਨੀਰੀ ਨੂੰ ਉਹ ਲਫ਼ਜ਼ਾਂ ਦਾ ਮੀਨਿੰਗ ਵੀ ਨਾ ਪਤਾ ਹੋਏ, ਤੇ ਗੁਰਬਾਣੀ ਦੇ ਅਰਥ ਤੇ ਕਿਤੇ ਰਹਿ ਗਏ, ਦੂਰ ਅੱਗੇ ਦੀ ਗੱਲ ਹੈ। ਸੋ ਸਾਡੀ ਕੁਝ ਡਿਊਟੀ, ਸਾਡੇ ਕੋਲ ਫਰਜ਼ ਬਣਦੇ ਨੇ ਕਿ ਅਸੀਂ ਇਹ ਕੰਮ ਵੀ ਆਪਣੇ ਜੀਂਦੇ ਜੀ, ਆਪਣੇ ਰਹਿੰਦੇ, ਜਿਹੜੀ ਸਾਨੂੰ ਪਤਾ ਹੈ ਜਾਂ ਜੋ ਸੋਝੀ, ਜੋ ਸਮਝ ਆਇਆ, ਉਹਨੂੰ ਅਸੀਂ ਅੱਗੇ ਵੀ ਟਰਾਂਸਫਰ ਕਰੀਏ। ਜੇ ਅਸੀਂ ਇਹ ਸੋਚਦੇ ਰਹਿ ਗਏ ਕਿ ਹਾਂ ਜੀ ਕਦੀ ਵਿਹਲੇ ਹੋਵਾਂਗੇ ਤੇ ਫਿਰ ਕਰਾਂਗੇ, ਪੋਸੀਬਿਲਿਟੀ ਨਹੀਂ ਹੈਗੀ। ਔਰ ਹੁਣ ਅੱਜ ਵੀ ਦੇਖੀਏ, ਮੈਂ ਪਿੱਛੇ ਜੇ ਮੂਵੀ ਆ ਰਹੀ ਹੈ ਹੁਣ ਅੱਜ ਕੱਲ੍ਹ, ਬੜੀ ਕੇਸਰੀ ਚੱਲ ਰਹੀ ਹੈ, ਫਿਲਮ ਆਈ ਹੈ, ਜਾਂ ਇਸ ਤਰ੍ਹਾਂ ਦੀਆਂ ਹੋਰ ਵੀ ਹਿਸਟੋਰੀਕਲ ਜਿਤਨੇ ਵੀ ਇੰਸੀਡੈਂਟ ਹੋਏ ਨੇ, ਉਹਦੇ 'ਤੇ ਮੂਵੀ ਬਣਦੀ ਹੈ। ਮੈਂ ਅੱਗੇ ਦੀ ਗੱਲ ਕਰ ਰਿਹਾ, 50, 100 ਸਾਲਾਂ ਦੇ ਬਾਅਦ ਦੀ। ਅੱਜ ਵੀ ਜਦੋਂ ਕੇਸਰੀ ਫਿਲਮ ਦੇਖ ਕੇ ਆਉਂਦੇ ਨੇ ਨਾ ਲੋਕ, ਉਹਨਾਂ ਦੇ ਕਈਆਂ ਦੇ ਇੰਟਰਵਿਊ ਵੀ ਆਏ ਹੋਏ ਨੇ, ਰਿਐਕਸ਼ਨ ਜਿਹੜੇ ਬਾਹਰ ਨਿਕਲਦੇ ਨੇ, ਕਹਿੰਦੇ ਜੀ
ਹੁਣ ਇੱਕ ਇਮੀਡੀਏਟ ਜਿਹੜਾ ਰਿਐਕਸ਼ਨ ਹੁੰਦਾ ਨਾ, ਜਿਹੜੇ ਦੂਜੇ ਲੋਕੀ ਦੇਖਦੇ ਨੇ ਕਿ ਸਿੱਖ ਬੜੇ ਬਹਾਦਰ ਨੇ, ਬੜੀ ਚੜ੍ਹਦੀ ਕਲਾ ਦੀ ਕੌਮ ਹੈ, ਬੜਾ ਇਹਨਾਂ ਦੇ 'ਚ ਜਜ਼ਬਾ ਹੈ, ਇਹ ਹੈ ਉਹ ਹੈ, ਬੜੇ ਕੁਛ ਚੀਜ਼ਾਂ ਉਹ ਕੁਆਲਿਟੀ ਸਾਡੀਆਂ ਦੱਸਦੇ ਨੇ। ਲੇਕਿਨ ਉਹ ਜਿਹੜੀ ਕੁਆਲਿਟੀ ਸਾਨੂੰ ਅੱਜ ਕਿਸੇ ਨੂੰ ਦੱਸਣੀਆਂ ਹੋਣ ਨਾ ਆਪਣੇ ਸਿੱਖੀ ਬਾਰੇ, ਤੇ ਸਾਨੂੰ ਅੱਜ ਵੀ ਉਸ ਕੁਆਲਿਟੀ ਨੂੰ ਪ੍ਰੂਵ ਕਰਨ ਵਾਸਤੇ 200-300 ਸਾਲ ਪਿੱਛੇ ਜਾਣਾ ਪੈਂਦਾ। ਉਦੋਂ ਦਾ ਅੱਜ ਕੀ ਆ, ਸਾਡੇ ਕੋਲ ਕੋਈ ਐਗਜ਼ਾਮਪਲ ਵਿਰਲਾ ਹੀ ਮਿਲਦਾ ਕੋਈ। ਉਸ ਗੱਲ ਨੂੰ ਪ੍ਰੂਵ ਕਰਨ ਵਾਸਤੇ 300 ਸਾਲ 200 ਸਾਲ 400 ਸਾਲ ਪਿੱਛੇ ਜਾਂਦੇ ਹਾਂ ਅਸੀਂ, ਤਾਂ ਜਾ ਕੇ ਉਸ ਗੱਲ ਨੂੰ ਅਸੀਂ, ਜਿਸ ਸਾਹਿਬਜ਼ਾਦਿਆਂ ਦੀ ਮੂਵੀ ਆਈ ਜਾਂ ਹੋਰ ਵੀ ਕਿੰਨੀਆਂ ਅੱਜ ਕੱਲ੍ਹ ਫਿਲਮਾਂ ਬਣ ਰਹੀਆਂ, ਤੇ ਪ੍ਰੈਜ਼ੈਂਟ ਦੀ ਗੱਲ ਜਿਹੜੀ ਉਹ ਨਜ਼ਰ ਨਹੀਂ ਆਉਂਦੀ ਜਦੋਂ ਅਸੀਂ ਕਹਿੰਦੇ ਹਾਂ ਗੁਰੂ ਮੇਰੇ ਸੰਗ। ਤੇ ਗੁਰੂ ਹੈ ਗਿਆਨ, ਔਰ ਗਿਆਨ ਜਿਹੜਾ ਹੈ ਉਹ ਹੈ ਗੁਣ, ਤੇ ਗੁਣ ਕੋਈ ਚੀਜ਼ ਕੁਆਲਿਟੀ ਨਜ਼ਰ ਨਾ ਆਏ ਤੇ ਫਿਰ ਅਸੀਂ ਕਿਸ ਤਰ੍ਹਾਂ ਕਹੀਏ। ਸੋ ਇਹ ਜਿਹੜੀ ਗਿਰਾਵਟ ਵਾਲੀ ਪਾਸੇ ਆ ਰਿਹਾ ਨੇ, ਆਉਣ ਵਾਲਾ ਟਾਈਮ ਅਗਰ ਸਾਡੇ ਤੋਂ ਅਗਲੀ 2 ਜਾਂ 3 ਜਨਰੇਸ਼ਨ ਬਾਅਦ, ਮੈਨੂੰ ਇਹ ਲੱਗਦਾ ਕਿ ਕੋਈ ਲਫ਼ਜ਼ ਵੀ ਗਵਾਚ ਜਾਣਗੇ, ਉਹਨਾਂ ਦੇ ਮੀਨਿੰਗ ਕਰਨੇ ਬੜੇ ਔਖੇ ਹੋ ਜਾਣਗੇ ਉਹਨਾਂ ਵਾਸਤੇ, ਆਉਣ ਵਾਲੀ ਪਨੀਰੀ ਵਾਸਤੇ। ਔਰ ਅੱਜ ਦੀ ਜਿਹੜੀ ਮੁਸ਼ਕਲ ਆਈ ਪਈ ਹੈ ਜਾਂ ਗਿਰਾਵਟ ਅਸੀਂ ਕਹਿੰਦੇ ਹਾਂ, ਜਾਂ ਕੋਈ ਅਸੀਂ ਨੈਗੇਟਿਵਿਟੀ ਵਾਲੇ ਪਾਸੇ ਵੀ ਸੋਚਦੇ ਹਾਂ ਕਿ ਉਹਦਾ ਵੀ ਕਈ ਵਾਰੀ ਰੀਜ਼ਨ ਇਹ ਅਸੀਂ ਸਮਝਦੇ ਹਾਂ ਕਿ ਜਿਹੜੀ ਗੁਰਮਤ ਦੀਆਂ ਜਿਹੜੀਆਂ ਸ਼ਬਦ ਨੇ ਜਾਂ ਗੁਰਮਤ ਦੇ ਜਿਹੜੇ ਸਿਧਾਂਤ ਨੇ, ਉਹ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਨਾ ਡੁਐਲਿਟੀ ਹੈਗੀ। ਕੋਈ ਕੁਛ ਅਰਥ ਕਰਦਾ, ਕੋਈ ਕੁਛ ਅਰਥ ਕਰਦਾ, ਕੋਈ ਕੁਛ, ਲੇਕਿਨ ਗੁਰਬਾਣੀ ਦੇ ਗੁਰਮਤ ਦੇ ਸਿਧਾਂਤ ਜਿਹੜੇ ਨਾ ਉਹ ਫੰਡਾਮੈਂਟਲਸ ਉਹ ਚੇਂਜ ਨਹੀਂ ਹੈਗੇ। ਹੁਣ ਜਿਹੜੀ ਇਹ ਅਲੱਗ-ਅਲੱਗ ਕਿਉਂਕਿ ਕਈ ਸ਼ਬਦ ਐਸੇ ਹੈਗੇ ਨੇ, ਉਹਨਾਂ ਸਿਧਾਂਤਾਂ 'ਤੇ ਅਸੀਂ ਬੜੇ ਡਿਵਾਈਡਡ ਹੈਗੇ, ਕਿਉਂਕਿ ਉਹ ਸਿਧਾਂਤਾਂ ਨੂੰ ਲੈ ਕੇ ਨਾ ਇੱਕ ਸ਼ਬਦ ਦੇ ਕੋਈ ਅਰਥ ਕੋਈ ਕੁਝ ਕਰਦਾ, ਕੋਈ ਕੁਛ ਕਰਦਾ, ਕੋਈ ਕਿਸੇ ਢੰਗ ਨਾਲ ਕਰਦਾ, ਕੋਈ ਕਿਸ ਢੰਗ ਨਾਲ, ਉਹ ਆਪਸ ਵਿੱਚ ਮੇਲ ਨਹੀਂ ਖਾਂਦਾ। ਫਿਰ ਉਹ ਜਿਹੜੀ ਆਉਣ ਵਾਲੀ ਜਿਹੜੀ ਯੰਗ ਜਨਰੇਸ਼ਨ ਅੱਜ ਦੀ ਸਾਡੀ, ਉਹਨਾਂ ਨੂੰ ਥੋੜ੍ਹੀ ਕਨਫਿਊਜ਼ਨ ਹੋ ਜਾਂਦੀ ਹੈ ਕਿ ਵੀ ਇਹ ਕੀ ਕਹਿ ਰਹੇ ਨੇ, ਉਹ ਕੀ ਕਹਿ ਰਹੇ ਨੇ, ਉੱਥੇ ਕੀ ਹੋ ਰਿਹਾ, ਉੱਥੇ ਕੀ ਹੋ ਰਿਹਾ, ਉਹ ਉਸ ਤੋਂ ਹੀ ਮੁਨਕਰ ਹੋ ਜਾਂਦੀ। ਔਰ ਮੈਨੂੰ ਲੱਗਦਾ ਜਿਸ ਤਰ੍ਹਾਂ ਉਹ ਪੁਰਾਤਨ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਇਤਨੀਆਂ ਮੱਲਾਂ ਮਾਰੀਆਂ, ਇਤਨਾ ਸਭ ਕੁਝ ਕੀਤਾ, ਕਿਆ ਉਹਨਾਂ ਦੇ 'ਚ ਕੋਈ ਡਿਫਰੈਂਸਿਸ ਨਹੀਂ ਸੀ ਹੋਣਗੇ? ਹਰ ਜਗ੍ਹਾ 'ਤੇ ਡਿਫਰੈਂਸਿਸ ਉਦੋਂ ਵੀ ਹੈਗੇ ਸੀ। ਦੇਖੋ ਜਿਹੜਾ ਫਾਈਨੈਂਸ਼ੀਅਲ ਸਟੇਟਸ ਹੈਗਾ ਬੰਦੇ ਦੀ ਆਪਣੀ ਜਿਹੜੀ, ਉਹ ਫਰਕ ਹੋਏਗਾ ਜ਼ਰੂਰ ਉਸ ਟਾਈਮ ਵੀ, ਕੋਈ ਉੱਚੇ ਤੋਂ ਹੋਏਗਾ, ਕੋਈ ਨੀਵੇਂ ਤੋਂ ਹੋਏਗਾ, ਡਿਫਰੈਂਸਿਸ ਹੋਣਗੇ। ਕੋਈ ਪ੍ਰਾਂਤਾਂ ਦਾ, ਜਗ੍ਹਾ ਦਾ ਵੀ ਫਰਕ ਹੋਏਗਾ, ਕੋਈ ਕਿਸੇ ਜਗ੍ਹਾ ਤੋਂ ਆਇਆ, ਕੋਈ ਕਿਸੇ ਜਗ੍ਹਾ ਤੋਂ ਆਇਆ। ਜਿਹੜੇ ਸਿੱਖ ਕਹਾਉਂਦੇ ਸੀ, ਬੋਲੀ ਦਾ ਫਰਕ ਹੋਏਗਾ, ਪਹਿਰਾਵੇ ਦਾ ਫਰਕ ਹੋਏਗਾ, ਇਹ ਸਾਰੇ ਫਰਕ ਹੋਣਗੇ। ਪਰ ਮੈਨੂੰ ਲੱਗਦਾ ਕਿ ਇਹ ਜਿਹੜੇ ਫਰਕ ਨੇ ਨਾ, ਜਿਹੜੇ ਬਾਹਰੋਂ ਦਿਸਣ ਵਾਲੇ ਫਰਕ ਨੇ, ਇਹ ਜਿਸ ਤਰ੍ਹਾਂ ਅੱਜ ਕੱਲ੍ਹ ਉਹ ਅਸੀਂ ਫਰੂਟ ਆਇਆ ਨਾ ਖਰਬੂਜਾ, ਦੇਖਣ ਨੂੰ ਵੱਖਰਾ ਵੱਖਰਾ ਉਹ ਲੱਗਦੀਆਂ ਫਾੜੀਆਂ ਉਹਦੀਆਂ, ਕੱਟੋ ਅੰਦਰੋਂ ਤੇ ਅੰਦਰੋਂ ਇੱਕ ਨੇ। ਖਰਬੂਜਾ ਅੰਦਰੋਂ ਇੱਕ ਹੁੰਦਾ, ਦੇਖਣ ਨੂੰ ਬਾਹਰੋਂ ਲੱਗਦਾ ਕਿ ਵੱਖਰਾ ਵੱਖਰਾ। ਇਸ ਤਰ੍ਹਾਂ ਹੀ ਸ਼ਾਇਦ ਉਸ ਟਾਈਮ ਦੇ ਸਿੱਖ ਜਿਹੜੇ ਸੀ, ਉਹ ਬਾਹਰੋਂ ਦੇਖਣ ਨੂੰ ਸ਼ਾਇਦ ਭਾਸ਼ਾ, ਪਹਿਰਾਵਾ, ਬੋਲੀ ਜਾਂ ਜਗ੍ਹਾ ਤੋਂ ਸ਼ਾਇਦ ਵੱਖਰੇ ਵੱਖਰੇ ਹੋਣ, ਅੰਦਰੋਂ ਸਿਧਾਂਤ ਦੇ ਪੱਖੋਂ ਇੱਕ ਸੀ। ਔਰ ਅੱਜ ਪ੍ਰੋਬਲਮ ਸਾਡੀ ਇਹ ਬਣ ਗਈ ਹੈ, ਅਸੀਂ ਬਾਹਰੋਂ ਦੇਖਣ ਵੱਲ ਨੂੰ ਇੱਕ ਲੱਗਦੇ ਹਾਂ, ਜਿਵੇਂ ਸੰਤਰਾ ਹੁੰਦਾ, ਉਹ ਬਾਹਰੋਂ ਦੇਖਣ ਨੂੰ ਖੋਲ੍ਹੋ, ਅੰਦਰੋਂ ਫਾੜੀਆਂ ਫਾੜੀਆਂ ਹੁੰਦੀਆਂ, ਅੰਦਰ ਵੱਖਰਾ ਵੱਖਰਾ। ਸੋ ਉਹ ਅਸੀਂ ਹੁਣ ਦੇਖਣਾ ਕਿ ਅਸੀਂ ਇਹ ਜਿਹੜੀ ਵਖੇਵਾ, ਜਿਹੜਾ ਗੁਰੂ ਦੇ ਸ਼ਬਦਾਂ ਨੂੰ ਲੈ ਕੇ ਜਿਹੜਾ ਉਹ ਸਿਧਾਂਤਕ ਤੌਰ 'ਤੇ ਜਿਹੜਾ ਨਾ, ਉਹ ਜਦੋਂ ਵੀ ਸਾਨੂੰ ਇਹ ਨਜ਼ਰ ਆਏ ਨਾ, ਇਹ ਚੀਜ਼ ਜਦੋਂ ਸਾਨੂੰ ਕੋਈ ਸ਼ਬਦ ਦੇ ਨਾਲ ਕੋਈ ਕਹਾਣੀ ਜਾਂ ਕੋਈ ਵੀ ਐਸੀ ਗੱਲ ਸਾਨੂੰ ਸੁਣਾਈ ਜਾਂਦੀ ਹੈ ਜਿਹੜੀ ਕਿ ਸਾਨੂੰ ਲੱਗਦਾ ਕਿ ਗੁਰਮਤ ਦੇ ਸਿਧਾਂਤਾਂ ਤੋਂ ਉਲਟ ਜਾ ਰਹੀ ਹੈ, ਤੇ ਉੱਥੇ ਸਾਡਾ ਸਵਾਲ ਕਰਨਾ, ਸਾਡਾ ਕੁਐਸਚਨ ਕਰਨਾ, ਸਾਡਾ ਆਬਜੈਕਸ਼ਨ ਕਰਨੀ ਬਣਦੀ ਹੈ। ਇਹ ਬੰਦ ਹੀ ਕਰ ਦਿਓ। ਸੋ ਅਸੀਂ ਇਹਨੂੰ ਦੇਖੀਏ ਕਿ 2 ਤਰੀਕੇ ਦੇ ਨਾਲ ਇਹ ਪ੍ਰੋਬਲਮ ਹੈਗੀ ਹੈ। ਇੱਕ ਤੇ ਬਾਣੀ ਉਹ ਹੈ ਜਿਹੜੀ ਕਿ ਗੁਰੂ ਗ੍ਰੰਥ ਸਾਹਿਬ 'ਚ ਦੀ ਬਾਣੀ ਹੀ ਨਹੀਂ ਹੈਗੀ, ਸਿਧਾਂਤਕ ਤੌਰ ਦੀ ਗੱਲ ਕਰ ਰਹੇ ਹਾਂ। ਇੱਕ ਤੇ ਬਾਣੀ ਹੈ ਹੀ ਨਹੀਂ ਜਿਹੜੀ ਸਾਡੇ 'ਤੇ ਬਣੀ, ਜਿਸ ਤਰ੍ਹਾਂ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਇਹ ਸਾਡੇ ਵਿੱਚ ਉਹ ਨਾਮ ਤੋਂ ਪਾ ਦਿੱਤੀ ਗਈ।
ਸਤਿਗੁਰ ਦਾਤੇ ਕਾਜ ਰਚਾਇਆ ਆਪੇ ਮਿਹਰ ਕਰਾਈ। ਇਸ ਤਰ੍ਹਾਂ ਦੇ ਅਸੀਂ ਕਈ ਐਗਜ਼ਾਮਪਲ ਲੈ ਸਕਦੇ ਹਾਂ ਸਾਡੇ ਜਿਹੜੇ ਇਹਦੇ ਵਿੱਚ ਪਾ ਦਿੱਤੇ ਗਏ, ਲੇਕਿਨ ਉਹ ਗੁਰਬਾਣੀ ਨਹੀਂ। ਇੱਕ ਤਾਂ ਉਹ ਕਲੀਅਰ ਨਜ਼ਰ ਆਉਂਦੀ ਹੈ, ਦੂਸਰੇ ਉਹ ਹੈਗਾ ਕਿ ਜਿਹੜੇ ਸ਼ਬਦ ਤੇ ਗੁਰਬਾਣੀ ਦੇ ਨੇ ਲੇਕਿਨ ਉਹਨਾਂ ਦੇ ਅਰਥ ਜਿਹੜੇ ਨੇ ਉਹ ਸਿਧਾਂਤਕ ਤੌਰ 'ਤੇ ਜਿਹੜੇ ਕੀਤੇ ਗਏ ਨੇ ਉਹ ਗਲਤ ਕੀਤੇ ਗਏ। ਇਹ ਦੋ ਕੈਟੇਗਰੀ ਮਤਲਬ ਮੈਂ ਕੋਸ਼ਿਸ਼ ਕਰ ਰਿਹਾ ਕਿ ਇਹਨਾਂ ਨੂੰ ਮਤਲਬ ਅਲੱਗ-ਅਲੱਗ ਲਿਸਟ ਬਣਾ ਲਿੱਤੀ ਜਾਏ ਕਿ ਵੀ ਅਸੀਂ ਕਿਹੜੇ ਸਿਧਾਂਤਕ ਤੌਰ 'ਤੇ ਜਿਹੜੇ ਆਮ ਕਾਮਨ ਸ਼ਬਦ ਪੜ੍ਹੇ ਜਾਣ ਵਾਲੇ ਨੇ ਉਹਨਾਂ ਨੂੰ ਅਸੀਂ ਵੱਖਰੇ ਵੱਖਰੇ ਕਰ ਸਕੀਏ। ਉਹਨਾਂ ਦੇ ਕਈ ਸਾਰੇ ਸ਼ਬਦ ਅਸੀਂ ਕਰ ਚੁੱਕੇ, ਜੋ ਮੰਗੇ ਠਾਕੁਰ ਆਪਣੇ ਤੇ ਜਾਂ ਲੱਖ ਖੁਸ਼ੀਆਂ ਪਾਤਸ਼ਾਹੀਆਂ, ਇਹ ਉਸ ਤਰ੍ਹਾਂ ਦੇ ਸ਼ਬਦ ਹੈਗੇ ਨੇ ਜਿਹੜੇ ਕਿ ਸਿਧਾਂਤਕ ਤੌਰ 'ਤੇ ਗਲਤ ਮੈਸੇਜ ਦਿੰਦੇ ਨੇ, ਜਿਸ ਓਕੇਜ਼ਨ 'ਤੇ ਉਸ ਖਾਸ ਤੌਰ 'ਤੇ ਪੜ੍ਹੇ ਜਾਂਦੇ ਨੇ। ਪਿਤਾ ਮਾਤਾ ਕੀ ਅਸੀਂ, ਇਸ ਤਰ੍ਹਾਂ ਦੇ ਕਈ ਸ਼ਬਦ ਹੈਗੇ ਨੇ। ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ, ਦੂਸਰੀ ਗੱਲ ਜਿਹੜੀਆਂ ਇੱਕ ਤਾਂ ਇਹ ਸਿਧਾਂਤਕ ਤੌਰ 'ਤੇ ਗੱਲਾਂ, ਔਰ ਦੂਸਰੀਆਂ ਸਿਧਾਂਤਕ ਤੌਰ 'ਤੇ ਐਸੀਆਂ ਗੱਲਾਂ ਜਿਹੜੀਆਂ ਪਤਾ ਨਹੀਂ ਕਿਸ ਤਰ੍ਹਾਂ ਸਾਡੇ ਦੇ ਵਿੱਚ ਇੰਜੈਕਟ ਕਰ ਦਿੱਤੀਆਂ ਗਈਆਂ ਔਰ ਅਸੀਂ ਉਹਨੂੰ ਵਾਹੇ ਵਿਖਾਏ ਮਤਲਬ ਉਹਦੇ 'ਤੇ ਸਾਡੀ ਦਿਮਾਗ ਉਹ ਚੱਲਿਆ ਹੀ ਨਹੀਂ, ਕੋਸ਼ਿਸ਼ ਹੀ ਨਹੀਂ ਬਣੀ। ਪਿੱਛੇ ਜੇ ਮੈਂ ਛੋਟਾ ਜਿਹਾ ਕੁਐਸਚਨ ਹੈ, ਅਸੀਂ ਉਹਨੂੰ ਜਵਾਬ ਅਸੀਂ ਲੱਭਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਅੱਜ ਕਲਾਸ ਸਾਡੀ ਬੜੀ ਮੈਚਿਓਰਡ ਕਲਾਸ ਹੈ, ਇੱਥੇ ਅਸੀਂ ਗੱਲ ਕਰ ਸਕਦੇ ਹਾਂ, ਸ਼ਾਇਦ ਬਾਹਰ ਕਿਤੇ ਕਰ ਵੀ ਨਾ ਸਕੀਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਕਿੰਨੇ ਮਹਾਂਪੁਰਖਾਂ ਦੀ ਬਾਣੀ? 35 ਵੱਖਰੇ ਵੱਖਰੇ ਭਗਤ ਸਾਹਿਬਾਨਾਂ ਜਾਂ ਮਹਾਂਪੁਰਖਾਂ ਦੀ ਬਾਣੀ ਇਹਦੇ ਵਿੱਚ ਦਰਜ ਹੈ। ਔਰ 35 ਮਹਾਂਪੁਰਖਾਂ ਨੇ ਆਪਣਾ ਜਿਹੜਾ ਗਿਆਨ ਹੈ ਉਹ ਇਹਦੇ ਵਿੱਚ ਰੱਖਿਆ ਹੈ। ਹੁਣ ਕਿਆ 35 ਮਹਾਂਪੁਰਖਾਂ ਦੀ ਜਿਹੜੀ ਬਾਣੀ ਹੈ ਗੁਰੂ ਸਾਹਿਬ ਨੇ ਕੋਈ ਵਖੇਵਾਂ ਰੱਖਿਆ, ਉੱਚਾ ਹੈ, ਨੀਵਾਂ ਹੈ ਜਾਂ ਵਧੀਆ ਹੈ? ਕੋਈ ਫਰਕ ਤਾਂ ਨਹੀਂ ਰੱਖਿਆ, ਬਰਾਬਰਤਾ ਦਿੱਤੀ ਸਾਰਿਆਂ ਨੂੰ। ਲੇਕਿਨ ਗਾਹੇ ਬਗਾਏ ਪਤਾ ਨਹੀਂ ਕਿਸ ਤਰ੍ਹਾਂ ਸਾਡੇ 'ਚ, ਅਗਰ ਅਸੀਂ ਅੱਜ ਪੜ੍ਹਦੇ ਹਾਂ 10 ਗੁਰੂਆਂ ਦੀ ਜੋਤ ਬੋਲਦੇ ਆ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ, ਬਾਣੀ 35 ਭਗਤ ਸਾਹਿਬਾਨਾਂ ਦੀ ਜਾਂ ਮਹਾਂਪੁਰਖਾਂ ਦੀ, ਜਿਨ੍ਹਾਂ 'ਚੋਂ 6 ਗੁਰੂ ਸਾਹਿਬਾਂ ਦੀ ਬਾਣੀ, 4 ਗੁਰੂ ਸਾਹਿਬਾਂ ਦੀ ਬਾਣੀ। ਲੇਕਿਨ ਫਿਰ ਵੀ ਅਸੀਂ ਉਹਨੂੰ ਕਿਸ ਤਰ੍ਹਾਂ ਉਹਨੂੰ ਕਰ ਦਿੱਤਾ ਕਿ 10 ਗੁਰੂ ਸਾਹਿਬਾਂ ਦੇ ਜਗਦੀ ਜੋਤ। ਲੇਕਿਨ ਇਹ ਕਿਸ ਤਰ੍ਹਾਂ ਸਾਡੇ ਵੀ ਮਤਲਬ ਇਹਦੇ 'ਤੇ ਕੁਐਸਚਨ ਨਹੀਂ ਆਇਆ ਅੱਜ ਤੱਕ। ਹੋ ਸਕਦਾ ਆਉਣ ਵਾਲੇ ਟਾਈਮ ਕਦੀ ਆਏ, ਲੇਕਿਨ ਸਾਨੂੰ ਇਹਦਾ ਵੀ ਜ਼ਹਿਨ ਦੇ ਵਿੱਚ ਸਾਡਾ ਸਵਾਲ ਆਉਣਾ ਚਾਹੀਦਾ। ਹਿਸਟਰੀ ਅੱਜ ਕਹਿੰਦੀ ਹੈ ਕਿ ਅਕਾਲ ਬੁੰਗਾ, ਜਿਹਨੂੰ ਅਸੀਂ ਪਤਾ ਨਹੀਂ ਕਿਸ ਟਾਈਮ ਦੇ ਵਿੱਚ ਬਾਅਦ ਦੇ ਵਿੱਚ ਜਾ ਕੇ ਉਹਨੂੰ ਅਕਾਲ ਤਖਤ ਬਣਾ ਦਿੱਤਾ ਗਿਆ, ਤਖਤ ਬਣਾ ਕੇ ਪੇਸ਼ ਕਰ। ਉਹ ਕਿਸ ਟਾਈਮ ਬਣਿਆ? ਗੁਰੂ ਸਾਹਿਬ ਨੇ ਬੁੰਗੇ ਬਣਾਏ ਸੀ ਬਹੁਤ ਸਾਰੇ ਉਹਦੇ ਆਸ-ਪਾਸ, ਉਹ ਬੁੰਗਿਆਂ ਦੇ ਵਿੱਚ ਸਭ ਤੋਂ ਵੱਡਾ ਬੁੰਗਾ ਜਿਹਨੂੰ ਅਕਾਲ ਬੁੰਗਾ ਗਿਆ ਸੀ। ਹਿਸਟੋਰੀਅਨ ਜਿਹੜੇ ਖੋਜ ਕੀਤੀ ਇਹਦੇ ਨਾਲ, ਬੁੰਗਾ ਵੀ ਸ਼ਾਇਦ ਲਫ਼ਜ਼ ਸਾਡੇ 'ਚ ਹੈਗਾ, ਲੇਕਿਨ ਅਗਰ ਉਹਨੂੰ ਸਾਡੇ ਅਸੀਂ ਪੜ੍ਹ ਜਾਂਦੇ ਹਾਂ ਅਰਦਾਸ ਦੇ ਵਿੱਚ ਚੌਂਕੀਆਂ ਝੰਡੇ ਬੁੰਗੇ, ਲੇਕਿਨ ਬੁੰਗੇ ਦਾ ਮਤਲਬ ਇਹ ਜਿਸ ਤਰ੍ਹਾਂ ਅਸੀਂ ਕਲਾਸ ਲਾਉਂਦੇ ਨਾ, ਇਸ ਤਰ੍ਹਾਂ ਗੁਰੂ ਸਾਹਿਬ ਨੇ ਇਸ ਤਰ੍ਹਾਂ ਅਲੱਗ-ਅਲੱਗ ਕਲਾਸਾਂ ਲਗਾਉਂਦੇ ਸੀ ਉੱਤੇ, ਅਲੱਗ-ਅਲੱਗ ਬੁੰਗਿਆਂ ਦੇ ਉੱਤੇ। ਬੁੰਗੇ ਉਹ ਹੈਗੇ ਅਲੱਗ-ਅਲੱਗ ਟਾਈਮ ਦੇ ਉੱਤੇ ਅਲੱਗ-ਅਲੱਗ ਲੈਵਲ ਦੀ ਕਲਾਸ ਹੁੰਦੀ ਸੀ। ਕੋਈ ਨਵਾਂ ਆਇਆ ਉਹਦੇ ਵਾਸਤੇ ਵੱਖਰਾ ਲੈਵਲ ਸੀ, ਕੋਈ ਪੁਰਾਣਾ ਆ ਰਿਹਾ ਉਹਦੇ ਵਾਸਤੇ ਵੱਖਰਾ ਲੈਵਲ ਹੈ, ਕੋਈ ਸਵੇਰ ਦਾ ਕੰਮ ਹੈਗਾ ਉਹਨੂੰ ਸ਼ਾਮ ਦਾ ਟਾਈਮ ਹੈਗਾ। ਮਤਲਬ ਇਸ ਤਰ੍ਹਾਂ ਅਲੱਗ-ਅਲੱਗ ਕਲਾਸਿਸ ਹੈਗੀਆਂ ਸੀ ਉੱਥੇ, ਇਸ ਤਰ੍ਹਾਂ ਲੱਗਦੀਆਂ ਸੀ ਜਿਹੜੀ ਇਕੱਠ ਹੁੰਦਾ ਸੀ, ਬੈਠਦੇ ਸੀ, ਇੰਸਟੀਟਿਊਸ਼ਨ ਜਿਹਨੂੰ ਕਹਿੰਦੇ। ਅਤੇ ਉਹ ਅਲੱਗ-ਅਲੱਗ ਟਾਈਮ ਦੇ ਉੱਤੇ ਅਲੱਗ-ਅਲੱਗ ਬੰਦਿਆਂ ਦੇ ਉੱਤੇ ਅਲੱਗ-ਅਲੱਗ ਲੈਵਲ ਦੇ ਹਿਸਾਬ ਨਾਲ ਉਹ ਉੱਥੇ ਗੈਦਰਿੰਗ ਵਿਚਾਰਾਂ ਹੁੰਦੀਆਂ ਸੀ, ਉਹਨੂੰ ਬੁੰਗੇ ਕਿਹਾ ਜਾਂਦਾ ਸੀ ਉੱਥੇ। ਅਤੇ ਖੈਰ ਉਹ ਕਨਸੈਪਟ ਵੀ ਖਤਮ ਹੋ ਗਿਆ। ਹੁਣ ਉਹਨਾਂ ਸ਼ਬਦਾਂ ਵਿੱਚੋਂ ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਜਿਨ੍ਹਾਂ ਨੇ ਇਹ ਬਣਾ ਦਿੱਤਾ ਗਿਆ, ਇਹ ਜੋ ਕਨਸੈਪਟ ਸਾਡੇ ਦੇ ਦਿੱਤਾ, ਜੋ ਸਾਡੇ 'ਤੇ ਕਾਬਜ਼ ਹੋ ਕੇ ਬਹਿ ਗਏ, ਉਹਨਾਂ ਨੇ ਆਪਣੇ ਹਿਸਾਬ ਨਾਲ ਜਦੋਂ ਉਹਨਾਂ ਨੂੰ ਕੁਝ ਕਰੋ ਗੱਲ, ਹੁਣ ਨਿਆਂ ਉੱਥੇ ਹੈ ਨਹੀਂ। ਜਿਹੜੇ ਸਾਡੇ 'ਤੇ ਕਾਬਜ਼ ਹੋ ਕੇ ਬਹਿ ਗਏ ਉਹਨਾਂ ਨੇ ਆਪਣੇ ਹਿਸਾਬ ਨਾਲ ਅਰਥ ਕਰ ਦਿੱਤੇ। ਸਾਨੂੰ ਕੋਈ ਸਵਾਲ ਨਹੀਂ ਹੈ, ਅਸੀਂ ਕੋਈ ਸਵਾਲ ਨਹੀਂ ਕਰ ਸਕਦੇ। ਸਵਾਲ ਕਰਦੇ ਗੁਰੂ ਸਾਹਿਬ ਜਿਹੜਾ ਕਹਿੰਦੇ ਨੇ, ਕਦੀ ਕਾਜੀ ਹੋ ਕੇ ਬਹੇ ਨਿਆਏ, ਗੁਰੂ ਨਾਨਕ ਸਾਹਿਬ ਦੀ ਬਾਣੀ ਉਸ ਟਾਈਮ ਦਾ ਹਾਲਾਤ ਦੱਸਦੇ ਪਏ ਨੇ ਕਾਜ਼ੀਆਂ ਦਾ। ਅਸੀਂ ਆਪਣੇ ਨਾਲ ਕੰਪੇਅਰ ਕਰੀਏ ਕਿ ਸਾਡੇ ਉੱਤੇ ਕੀ ਹੈਗਾ। ਉਹ ਨਿਆਂ ਕਰਨ ਵਾਸਤੇ ਬੈਠੇ ਨੇ, ਕਿਹੜਾ ਕਿਹਨੂੰ ਪੰਥ 'ਚੋਂ ਛੇਕਣਾ ਹੈ, ਕਿਹਨੂੰ ਰੱਖਣਾ ਹੈ, ਕਿਹਦਾ ਕੀ ਕਰਨਾ ਹੈ, ਜੋ ਵੀ ਫੈਸਲੇ ਉਹ ਲੈ ਰਹੇ ਨੇ ਹਰ ਤਰ੍ਹਾਂ ਦੇ। ਉਹ ਫੈਸਲਿਆਂ ਦੇ ਵਿੱਚ ਥੋਪ ਦਿੱਤੇ ਜਾਂਦੇ ਨੇ। ਕਹਿੰਦੇ ਕਾਜੀ ਹੋ ਕੇ ਬਹੇ ਨਿਆਏ, ਫੇਰੇ ਤਸਵੀ ਕਰੇ ਖੁਦਾਏ। ਆਪਣੇ ਨਾਲ ਕੰਪੇਅਰ ਕਰੀਏ ਅੱਗੇ ਕਿ ਜੇ ਕੋ ਪੁੱਛੇ ਤਾਂ ਵੱਡੀ ਲੈ ਕੇ ਹੱਕ ਵੰਡਾਏ, ਜੇ ਕੋ ਪੁੱਛੇ ਤਾਂ ਪੜ੍ਹ ਸੁਣਾਏ। ਉਹ ਕਹਿੰਦਾ ਫਟਾਫਟ ਉਹ ਕੁਰਾਨ ਖੋਲ੍ਹਦਾ, ਉਹਨੂੰ ਕੁਝ ਕੁਐਸਚਨ ਕਰਦਾ ਕੁਰਾਨ 'ਚ, ਕਹਿੰਦਾ ਲੈ ਕੁਰਾਨ 'ਚ ਆ ਲਿਖਿਆ, ਉਹ ਆਪਣੇ ਅਰਥ ਕਰਕੇ ਸੁਣਾ ਦਿੰਦਾ। ਸੇਮ ਹਾਲਤ ਸਾਡੇ ਨਾਲ।
कोई सवाल करो तो कोई ना कोई बाणी की एक लाइन पढ़ के सुना देंगे कि यह देखो जी आया है, चलो वो फैसला साढ़े ते थोप दिता जाता, साड़ी कोई क्वेश्चनिंग नहीं होती। हुण उन्हां शब्दां दे विच्चों ही बहुत सारे शब्द हैगे ने, मैं एक शब्द जिहड़ा ना वो साझा करना कोशिश करांगे, गहरे अर्थ च नहीं जाते, लेकिन शब्द किस तरह सानू डायरैक्शन साडी किधर चली जाती, सोच कित्थे चली जाती। एक शब्द आया पिछे पढ़िया गया बहुत ज़्यादा और बड़ा कॉमन शब्द है, बाबा बोलते ते कहाँ गए, देही के संग रहते, सुरत माहे जो नृत्य करते, कथा वार्ता कहते। यह शब्द जड़ा कोई किसी रागी साहबान ने मस्कीन जी के अंतिम अरदास से पढ़ दिता शब्द, और वो शब्द इस तरह पॉपूलर कर दिता गया, इस प्रथाएं वो इस तरह लग्या कि कबीर साहब का शब्द है, कबीर साहब ने लिखा ही इस वास्ते सी, प्रचारे इस वास्ते थे कि मस्कीन जी के भोग ते पढ़ना। इस तरह उस शब्द नूं मतलब वो किया गया, और ना सिर्फ उस जगह ते बल्कि हुण उस तो बाद जितने भी बाबे ब्रह्म ज्ञानियों की जिहड़े अरदासां अंतिम अरदासां होईयां ना, उत्थे शब्द इस ढंग दे नाल पढ़िया जाता कि बई यह शब्द इन्हां वास्ते ही है। मैं गल कर रहा कि सिद्धांतक तौर पर किस तरह सानू मिसगाइड किया गया, कित्थे भी सानू लै जांदे। हुण इस शब्द नूं असीं ध्यान नाल थोड़ा समझीए ना। शब्द का यह रहाव है, बाबा बोलते ते कहाँ गए, देही के संग रहते। हुण इत्थे लफज जिहड़ा ना बाबा बोलते ते है, थे नहीं। असीं समझ लिया कि बाबा बोलते सी, बाबा जी कित्थे चले गए हुण ते दा लफज, ते दा जिहड़ा मीनिंग है ना, ते दा जदों मीनिंग आंदा ते हुंदा ओ, जिस तरह खसम विसार है ते कमजात, जिहड़े खसम विसारदे ने ओ कमजात ने। इस तरह नानक ते मुख उजले, ओ मुख उजले ने, ते दा लफज हुंदा ओ। हुण इत्थे जो शब्द नूं पूरा समझांगे ना, सानू समझ आएगी कि किस प्रथाएं गल चल रही है। कबीर साहब का आसा रखदे शब्द है, और बड़ी ही एलीवेटिड, बड़ी ही उच्ची अवस्था दे विच पहुँच के वो शब्द उचारिया होया कि अपनी अवस्था जो बहुत उच्ची हो जाती है किसी इंसान, और अपनी मन की अवस्था दस रहे कि बाबा बोलते, अपने अंदर कोई ऐसे ख्यालात सी, कोई ऐसे विचार सी जड़े वो जड़े कि पहले बड़े बोलते सी, ते कहाँ गए, देही के संग रहते। हर वक्त देह दे विच वो विचार, हर वेले वो सोचनी, हर वेले वो फुरने तुरदे ही रहंदे सी, हुण कित्थे गए। सुरत माहे जो नृत्य करते, कथा वार्ता कहते। सुरत माहे, नृत्य का मतलब नृत्य करते, डांस करते सी, नचते रहंदे सी हर वेले। देखो ना साडी अपनी गड्डी चलाते हो, घर च बैठे हो, हर वेले पता नहीं किहड़ी सोचां, पता नहीं किहड़े विचार, पता नहीं किहड़े ख्याल, डांस करते रहंदे, साडे सानू नचाते रहंदे ने, आप ही नचते रहंदे। कहंदे ओ सुरत माए जो नृत्य करते, कथा वार्ता, अपनियां गल्लां, अपनियां कथा, अपनियां कहानियां लगे रहंदी, वो कित्थे चले गए हुण। यह शब्द का रहाव है। मैं शब्द के गहरे अर्थ नहीं अज जा रहे, सिर्फ उन्होंने अगे अगे कहते पहला पता जड़ा गगन नगर एक बूंद न बरके, नाद कहाँ जो समाना। हुण कहंदा एक बूंद नहीं, कोई टपकना ही बंद हो गया सब कुछ। वो नाद जड़ा वजदा रहिंदा सी हर वेले, राग जड़ा वो कित्थे चला गया। पार ब्रह्म परमेश्वर माधो परम हंस लै सिधाना। ये वो परमहंस जड़ा पार ब्रह्म ये वो लै गया, ये उसी की कृपा हुई है। बजावन हारो कहाँ गयो जिन ए मंदिर कीना। कहता बजावन मंदिर, मंदिर मतलब वो जड़ा डमरू, वो जड़ा ढोलक जड़ा ना, ढोल जिन्हों कहते हैं। बजावन हारो कहाँ गयो जिन ए मंदिर कीना, जड़ा मंदिर का ढोल बजदा सी ना, वो बजाण वाला तो ढोल वो भी गुम खत्म हो गया, कित्थे गया। साखी शब्द सुरत नहीं उपजे, खिंच तेज सब लीना। हुण साखी शब्द सुरत लफज है ने, अंदर जी कथा कहानियां सी,
ਆਪਣੀ ਆਪ ਕਹਾਣੀਆਂ ਸੋਚਦੇ ਰਹਿੰਦੇ ਨਾ, ਆਪਣੇ ਆਪ ਹੀ ਕਹਾਣੀਆਂ ਸੁਣਾਉਂਦੇ ਨੇ ਕਿ ਉਹਨੇ ਇਹ ਕਿਹਾ ਹੋਣਾ, ਉਹਨੇ ਇਹ ਸੋਚਿਆ ਹੋਣਾ, ਉਹ ਉੱਥੇ ਗਿਆ ਹੋਣਾ, ਇਹ ਨਾ ਹੋ ਜਾਏ, ਉਹ ਨਾ ਹੋ ਜਾਏ। ਆਉਣ ਵਾਲੇ ਟਾਈਮ ਦੀ ਸਾਰੀਆਂ ਅਸੀਂ ਸਾਖੀਆਂ ਕਹਾਣੀਆਂ ਆਪਣੇ ਆਪ ਹੀ ਚੀਜ਼ ਇਮੈਜੀਨੇਸ਼ਨ ਜਿਹੜੀ ਹੁੰਦੀ। श्रवण विकल पए संग तेरे इंद्री का बल थाका। वो सारे जड़े इंद्रिय ने, सारे जड़े श्रवण विकल जड़े कन जड़े ने वो सुनना खत्म हो गए, सुननो रह गए। चरण रहे कर टरक परे हैं, मुखो न निकसे बातां। चरण रहे जो पैर जड़े ने टरक मतलब टलक गए ने, ताकत खत्म हो गई उन्होंने। मुखों ना निकसे बातां, मुखों जो जड़ी है वो हुण वो लफज निकलते ही नहीं जड़े पहले निकलते सी। देखो जिस कबीर साहब का और शब्द आता है ना, कबीर गूंगा हुआ बावरा, बहरा हुआ कान, पाँव ते पिंगल पिया, मारा सतगुर बना, वही अवस्था है, उस अवस्था का शब्द है। थाके पंच दूत सब तस्कर आप अपने भ्रमते, थाका मन कुंचर उर थाका तेज सुध तर रमते। वो मन जड़ा सी वो हाथी वखण जड़ा जिद्दी सी, दौड़दा सी, उजाड़ करदा सी, तबाही करदा सी, कहंदा वो भी थक गया सा। मिरत भये दसे बंद छूटे, मिरत पाई सब छोड़े। जड़ा सब जड़े दसे द्वार जड़े ज्ञान इंद्रिय सी ना, 10 द्वार वो भी सारे खत्म हो गए, बंद हो गए। जितों विकार आते सी वो सारे बंद हो गए दरवाजे। मित्र भाई सब छोड़े, जड़े मित्र भाई बने हुए सी ना मेरे विकार, वो सब छड़ दिते, छुट गए, खत्म हो गए। कहत कबीर जो हर त्यावे जीवत बंधन तोर है। यह जीवंदियां जी मुक्ति है। जींदिया जी मुक्ति की गल की है ना गुरु जिन्हों असी पढ़ते हैं ना, प्रभ की आज्ञा आत्म हिताव है, जीवन मुख सोग काव है, तैसा रख तैसा सोग, तैसा सदा अनंत नहीं वियोग, तैसा सरवण तैसी उस माटी, तैसा अमृत तैसी भी खाटी, तैसा मान तैसा अभिमान, तैसा रंग तैसा रवजान, जो वरताई सफाई जुगत नानक ओ पुरख कहिए जीवन मुक्त। तो जींदिया जी मुक्ति की जी गल है ना, वो गल कबीर साहब इत्थे कर रहे हैं। लेकिन साडा लफ्ज़ां दा कितना हेर फेर है, असी किस तरह सिर्फ एक लफज ही बाबा बोलते ते सानू समझ नहीं आया। हुण अज तक असी यही समझते रहे हैं, बोलते सी पता नहीं कित्थे चले गए बाबा जी, थे है ही नहीं, ते कहाँ। हुण ना ही असी पूरा शब्द पढ़िया। देखो कई लफज ने ना, हुण जदों असी गुरबाणी पढ़ते हैं ना, हुण गुरबाणी दे विच जदों असीं लफज पढ़ते ना क्यों, ते दा मतलब हो गया ओ, ते कहांगे। हुण जदों गुरबाणी शब्द लफज आंदा ना क्यों, हुण क्यों दा मतलब अगर इंग्लिश च करिए तो उहदा मतलब आंदा वाई, लेकिन गुरबाणी दे विच वाई नहीं हैगा, उत्थे मतलब आएगा हाओ, किवें। जिवें बिन तेल दीवा क्यों जले, हुण इत्थे मतलब यह नहीं कि क्यों दीवा क्यों जले बई, वाई बिन तेल दीवा क्यों जले, बिन तेल का मतलब है कि हाओ किवें जले, उत्थे मतलब किवें आएगा। या जो रत पीवे मानसा तिन क्यों निर्मल चीत, क्यों का मतलब होता है नहीं कि क्यों रहे, उसका मतलब है कि किवें रह सकता है। क्यों प्यारा प्रीतम मिले मेरी माई, हुण क्यों का मतलब की हो गया, क्यों का मतलब वाय नहीं है भी मैनू क्यों मिले, यह नहीं है। क्यों प्यारा प्रीतम मिले मेरी माई का मतलब किवें मिले, हाओ। सर गुरबाणी दे ए कुछ सिद्धांत, कुछ लफज सानू ए समझने बड़े जरूरी ने। हुण इस तरह ही कुछ पंक्तियां ने, हुण उन्हां पंक्तियां नूं असीं लईए, एक शब्द आंदा है कोई बोले राम राम कोई खुदाए। हुण इहदा मतलब सानू जदों सुनाया जाता ना, सानू इस तरह लगता है कि यह शब्द इस प्रथाएं हैं
ਕਿ ਜੀ ਸਾਰੇ ਸਹੀ ਹੈਗੇ ਨੇ, ਕੋਈ ਰਾਮ ਰਾਮ ਬੋਲ ਰਿਹਾ, ਕੋਈ ਅੱਲਾ ਅੱਲਾ ਬੋਲ ਰਿਹਾ, ਕੋਈ ਖੁਦਾ ਖੁਦਾ ਕਰ ਰਿਹਾ, ਕੋਈ ਸੇਵੇਂ ਗੁਸਈਆਂ, ਕੋਈ ਅਲਾਏ। ਕਾਰਨ ਉਹ ਸਾਰੇ ਇੱਕੋ ਹੀ ਨੇ, ਸਭ ਕੋਈ ਤੀਰਥ ਜਾ ਰਿਹਾ, ਕੋਈ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ। ਸ਼ਬਦ ਇਸ ਪ੍ਰਥਾएं ਨਹੀਂ ਹੈ। ਸ਼ਬਦ ਨੂੰ ਅਸੀਂ ਪੜ੍ਹਾਂਗੇ ਨਾ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇਂ ਗੁਸਈਆਂ, ਕੋਈ ਅਲਾਏ। ਕਾਰਨ ਕਰਮ ਕਰੀਮ, ਕਿਰਪਾ ਧਾਰ ਰਹੀਮ, ਇਹ ਸ਼ਬਦ ਦਾ ਰਹਾਉ ਹੈ। ਹੁਣ ਇਹ ਗੁਰੂ ਸਾਹਿਬ ਉਹ ਦੱਸ ਰਹੇ ਨੇ ਕਿ ਦੁਨੀਆ ਦੇ ਵਿੱਚ ਕੀ ਕੀ ਹੋ ਰਿਹਾ। ਰਹਾਉ ਦੇ ਵਿੱਚ ਕਹਿੰਦੇ ਨੇ ਕਿ ਮੇਰੇ ਤੇ ਕਿਰਪਾ ਕਰ, ਕਿਰਪਾ ਧਾਰ, ਇਹ ਮੇਰੇ ਤੇ ਕਿਰਪਾ ਕਰ। ਦੁਨੀਆ ਦੇ ਵਿੱਚ ਕੀ ਹੋ ਰਿਹਾ ਉਹਦੀ ਗੱਲ ਕਰ ਰਹੇ ਨੇ ਕਿ ਕੋਈ ਰਾਮ ਰਾਮ ਬੋਲ ਰਿਹਾ, ਕੋਈ ਖੁਦਾ ਬੋਲ ਰਿਹਾ, ਕੋਈ ਗੁਸਈਆਂ ਬੋਲ ਰਿਹਾ, ਕੋਈ ਨਾਵੇ ਤੀਰਥ, ਕੋਈ ਹਜ ਜਾਏ, ਕੋਈ ਕਰੇ ਪੂਜਾ, ਕੋਈ ਸਿਰ ਨਿਵਾਏ। ਇਹ ਸਭ ਉਹ ਦੱਸ ਰਹੇ ਨੇ ਕਿ ਜੋ ਦੁਨੀਆ ਦੇ ਵਿੱਚ ਵਰਤ ਰਿਹਾ। ਕੋਈ ਪੜ੍ਹੇ ਵੇਦ, ਕੋਈ ਕਤੇਬ, ਕੋਈ ਉੱਡੈ ਨੀਰ, ਕੋਈ ਸੁਪੇਦ। ਉਹਨੂੰ ਉਹਦੀ ਐਕਸੈਪਟੈਂਸ ਨਹੀਂ ਦੱਸ ਰਿਹਾ ਕਿ ਇਹ ਸਭ ਕੁਝ ਕਰੀ ਜਾ ਰਹੇ, ਸਭ ਠੀਕ ਹੀ ਹੈ। ਕੋਈ ਕਹੇ ਤੁਰਕ, ਕੋਈ ਕਹੇ ਹਿੰਦੂ, ਕੋਈ ਬਾਚੇ ਪਿਸ਼ਟ, ਕੋਈ ਸੁਰਿੰਦ। ਲੇਕਿਨ ਆਪਣਾ ਜਿਹੜਾ ਓਪੀਨੀਅਨ ਦਿੰਦੇ ਨੇ, ਕਹਿੰਦੇ ਨੇ ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਇਹਦੇ ਨਾਲ ਕੁਝ ਨਹੀਂ ਲੱਭਣਾ। ਜਿਹਨੇ ਹੁਕਮ ਨੂੰ ਮੰਨਿਆ ਨਾ, ਜਿਹਨੇ ਉਸ ਰੱਬੀ ਨਿਯਮ ਸਿਸਟਮ ਨੂੰ ਮੰਨਿਆ ਨਾ, ਇਹਦੇ ਕਰਨ ਨਾਲ ਕੁਝ ਨਹੀਂ ਹੁੰਦਾ। ਜੋ ਮਰਜ਼ੀ ਕਰੀ ਜਾਓ, ਤੀਰਥ ਨਾ ਹੋ, ਖੁਦਾ ਖੁਦਾ, ਰੱਬ ਰੱਬ, ਜੋ ਮਰਜ਼ੀ ਕਰੀ ਜਾਓ। ਇਹ ਕਨਕਲੂਡ ਇੱਥੇ ਕੀਤਾ। ਪ੍ਰਭ ਸਾਹਿਬ ਇਹ ਭੇਦ ਤਾਂ ਪਾਇਆ ਜਾਂਦਾ, ਇਹ ਕੋਈ ਨੀਲਾ ਓੜ ਰਿਹਾ, ਸਫੇਦ ਓੜ ਰਿਹਾ, ਲਾਲ ਪਾ ਲਿਆ, ਪੀਲਾ ਪਾ ਲਿਆ, ਇਹਦੇ ਨਾਲ ਕੁਝ ਨਹੀਂ ਹੋਣਾ। ਇਹ ਆਪਣਾ ਓਪੀਨੀਅਨ ਦਿੱਤਾ। ਸ਼ਬਦ ਇਸ ਪ੍ਰਥਾएं ਹੈ, ਲੇਕਿਨ ਸਾਨੂੰ ਕਿੱਥੇ ਤੋੜ ਦਿੱਤਾ ਗਿਆ। ਮੈਂ ਉਸ ਸ਼ਬਦਾਂ ਦੀ ਗੱਲ ਕਰ ਰਿਹਾ ਕਿ ਜਿਹੜੀ ਕਿ ਸਾਨੂੰ ਮਿਸਕਨਸੈਪਸ਼ਨ, ਮਿਸਇੰਟਰਪ੍ਰੀਟਡ ਕੀਤੇ ਗਏ ਨੇ। ਜਦੋਂ ਬੱਸਾਂ 'ਤੇ ਜਾਓ ਨਾ, ਉਹਦੇ ਲਾਈਨ ਲਿਖੀ ਹੁੰਦੀ ਹੈ, ਤੀਰਥ ਨਹਾਈਏ ਸੁਖ ਫਲ ਪਾਈਏ, ਮੈਲ ਨਾ ਲਾਗੇ ਕਾਈ। ਜਦੋਂ ਜਾਂਦੇ ਨੇ ਨਾ ਕਿਤੇ, ਬੱਸਾਂ ਦੇ ਉੱਤੇ ਪੰਕਤੀ ਲਿਖ ਕੇ ਲਾਈ ਹੁੰਦੀ, ਗੁਰਬਾਣੀ ਦੀ ਪੰਕਤੀ ਹੈ। ਹੁਣ ਉਹਦਾ ਮਤਲਬ ਇਹ ਨਿਕਲਦਾ ਕਿ ਤੀਰਥ ਨਹਾਈਏ ਸੁਖ ਫਲ ਪਾਈਏ, ਤੀਰਥ 'ਤੇ ਜਾਓ ਸੁਖ ਫਲ ਪਾਓ, ਮੈਲ ਨਹੀਂ ਲੱਗਦੀ। ਇਹ ਇੱਕੋ ਲਾਈਨ ਬੈਨਰ ਲਾਏ ਹੁੰਦੇ ਨੇ ਬੱਸਾਂ ਦੇ ਬਾਹਰ, ਬੱਸਾਂ। ਹੁਣ ਇਹ ਸ਼ਬਦ ਜਿਹੜਾ ਹੈਗਾ, ਇਹ ਪੰਕਤੀ ਜਿਹੜੀ ਹੈਗੀ ਹੈ ਸਿੱਧ ਗੋਸ਼ ਦੀ। ਸਿੱਧ ਗੋਸ਼ ਦੇ ਵਿੱਚ ਗੁਰੂ ਸਾਹਿਬ ਨੇ ਜਿਹੜੀ ਸਿੱਧਾਂ ਦੇ ਨਾਲ ਗੱਲਬਾਤ ਕੀਤੀ ਹੈ ਨਾ, ਉਹ ਜਿਹੜੇ ਸਿੱਧ ਜਿਹੜੇ ਕੀ ਕਰਦੇ ਨੇ, ਕੀ ਉਹਨਾਂ ਦਾ ਸੋਚ ਹੈਗੀ, ਉਹਦੇ ਬਾਰੇ ਗੱਲ ਕੀਤੀ ਹੈ। ਕਹਿੰਦੇ ਨੇ ਹਾਟੀ ਬਾਟੀ ਰਹੇ ਨਿਰਾਲੇ, ਰੁੱਖ ਬਿਰਖ ਉਦਿਆਨੇ। ਤੁਸੀਂ ਕੀ ਕਰਦੇ ਹੋ? ਹਾਟੀ ਬਾਟੀ ਛੱਡ ਦਿੱਤੀ ਹੈ ਅਤੇ ਰੁੱਖਾਂ ਦੇ ਥੱਲੇ ਰਹਿੰਦੇ ਹੋ, ਤਾਂ ਉਹੀ ਕੰਦ ਮੂਲ ਖਾਂਦੇ ਹੋ। ਕੰਦ ਮੂਲ ਆਹਾਰੋ ਖਾਈਏ, ਔਧ ਬੋਲੇ ਗਿਆਨੇ। ਹੁਣ ਕੰਦ ਮੂਲ ਖਾਂਦੇ ਹੋ ਅਤੇ ਇਹੀ ਕੰਮ ਤੁਹਾਡੇ ਹੈਗੇ ਨੇ। ਤੀਰਥ ਨਹਾਈਏ ਸੁਖ ਫਲ ਪਾਈਏ, ਮੈਲ ਨਾ ਲੱਗੇ। ਇਹ ਤੁਹਾਡੀ ਸੋਚ ਹੈਗੀ ਹੈ ਕਿ ਤੀਰਥ ਨਹਾਵਾਂਗੇ, ਸੁਖ ਫਲ ਪਾਵਾਂਗੇ ਅਤੇ ਮੈਲ ਨਹੀਂ ਲੱਗਦੀ। ਗੋਰਖ ਪੂਤ ਲੋਭਾਈ ਤਾਂ ਬੋਲੇ ਜੋਗ ਜੁਗਤ ਬਿਦ ਸਾਈ। ਇਹ ਤੁਹਾਡੀ ਜਿਹੜੀ ਇਹ ਸੋਚ ਹੈਗੀ ਹੈ, ਤੁਸੀਂ ਸੋਚਦੇ ਹੋ। ਗੁਰੂ ਸਾਹਿਬ ਨੇ ਉਹਨਾਂ ਦੀ ਸੋਚ ਨੂੰ ਇੰਡੋਰਸ ਕੀਤਾ ਕਿ ਬਈ ਇਹ ਤੁਹਾਡੀ ਸੋਚ ਹੈਗੀ ਹੈ, ਤੁਸੀਂ ਸਿੱਧ ਲੋਕ ਨੇ ਇਹ ਕਰਦੇ ਪਏ ਨੇ। ਅਸੀਂ ਇੱਕ ਲਾਈਨ ਪੰਕਤੀ ਕੱਢੀ, ਉਹਨੂੰ ਬੈਨਰ 'ਤੇ ਛਪਵਾ ਲਿਆ ਕਿ ਗੁਰਬਾਣੀ ਦੀ ਪੰਕਤੀ ਹੈ। ਇਹਨੂੰ ਕਹਿੰਦੇ ਨੇ ਕੱਚੀ ਬਾਣੀ। ਬਾਣੀ ਗੁਰੂ ਗ੍ਰੰਥ ਸਾਹਿਬ ਦੀ ਅਰਥ ਕੁਛ ਹੋਰ ਕਰ ਦਿੱਤੇ। ਅੱਜ ਕੱਲ੍ਹ ਨਾ ਇੱਕ ਸ਼ਬਦ ਬੜਾ ਬਹੁਤ ਹੀ ਉਹਦੇ 'ਤੇ ਬਹਿਸ ਔਰ ਬਹੁਤ ਹੀ ਜ਼ਿਆਦਾ ਉਹਦੇ ਗੱਲ ਚੱਲ ਰਹੀ ਹੈ। ਉਹ ਹੈਗਾ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਕਿ ਗੁਰੂ ਜਿਹੜਾ ਹੈ ਔਰ ਕਰਤਾਰ ਰੱਬ ਜਿਹੜਾ ਹੈ, ਇਹ ਨਹੀਂ ਭੁੱਲਦਾ, ਬਾਕੀ ਸਾਰੇ ਭੁੱਲਦੇ ਨੇ। ਔਰ ਇਹ 'ਤੇ ਬੜੀ ਬਹਿਸ ਹੋਈ ਹੈ ਪਿਛਲੇ ਕਈ ਮਹੀਨਿਆਂ ਦੇ ਵਿੱਚ। ਮੈਨੂੰ ਲੱਗਦਾ ਕਿ ਸ਼ਾਇਦ ਇੱਕ ਸਾਲ ਹੀ ਹੋ ਗਿਆ। ਜਿਹੜੇ ਵਿਦਵਾਨ ਹੈਗੇ ਨੇ ਉਹਨਾਂ ਦੇ ਬੜੀ ਜ਼ਬਰਦਸਤ ਆਪਸ ਵਿੱਚ ਇਹ ਗੱਲਬਾਤ ਚੱਲ ਰਹੀ ਹੈ ਕਿ ਵੀ ਗੁਰੂ ਅਗਰ ਗਿਆਨ ਹੈ ਔਰ ਕਰਤਾਰ ਇਹ ਭੁੱਲਦਾ ਨਹੀਂ ਹੈ, ਔਰ ਕੁਛ ਇਹ ਉਹ ਫਿਰ ਗੁਰੂ ਕੌਣ ਹੈ? ਜੇ ਗੁਰੂ ਅਸੀਂ ਕਹਿੰਦੇ ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਜਾਂ ਗੁਰੂ ਨਾਨਕ, ਅਤੇ ਉਹਨਾਂ ਦੀ ਜ਼ਿੰਦਗੀ ਦੀਆਂ ਜਿਹੜੀ ਘਟਨਾਵਾਂ ਉਹ ਗੱਲਾਂ ਕਰਦੇ ਨੇ, ਉਹ ਘਟਨਾਵਾਂ ਕਈ ਐਸੀਆਂ ਹੋਈਆਂ ਕਿ ਜਿਹੜੀ ਕਿ ਬਾਅਦ ਦੇ ਵਿੱਚ ਉਹਨਾਂ ਦੇ ਰਿਜ਼ਲਟ ਠੀਕ ਨਹੀਂ ਨਿਕਲੇ। ਉਹ ਐਗਜ਼ਾਮਪਲ ਦਿੰਦੇ ਨੇ ਕਿ ਜਿਸ ਤਰ੍ਹਾਂ ਚਮਕੌਰ ਦੀ ਗੜੀ ਦੇ ਵਿੱਚ ਉਹਨਾਂ ਨੇ ਭਰੋਸਾ ਕੀਤਾ, ਲੇਕਿਨ ਬਾਅਦ ਵਿੱਚ ਉਹਨਾਂ ਨੇ ਹਮਲਾ ਕੀਤਾ ਅਤੇ ਉਹਨਾਂ ਨੂੰ ਲੱਗਿਆ ਹੋਏਗਾ ਕਿ ਹਾਂ ਵੀ ਇਹ ਅਸੀਂ ਸ਼ਾਇਦ ਬਈ ਉਹਨਾਂ 'ਤੇ ਭਰੋਸਾ ਕਰਕੇ ਗਲਤੀ ਕੀਤੀ ਹੈ। ਭਰੋਸਾ ਨਹੀਂ ਕਰਨਾ ਚਾਹੀਦਾ ਸਾਨੂੰ। ਉਹਨਾਂ ਦੀ ਜਿਹੜੀ ਉਹਨਾਂ ਨੇ ਕਸਮਾਂ ਚੁੱਕੀਆਂ, ਜਿਹੜਾ ਉਹਨਾਂ ਨੇ ਕਿਹਾ ਸੀ ਤੁਹਾਡੇ 'ਤੇ ਹਮਲਾ ਨਹੀਂ ਕਰਾਂਗੇ,
तो फिर असीं किस तरह कह दें कि भुल गुरु करतार, या होर भी कई एग्जाम्पल उन्होंने लाइफ एक पक्ष है कहता, तो दूजा पक्ष जिहड़ा उस गल नूं कहता कि नहीं जी यह गुरबाणी की पंक्ति है। फिर वो अपना पक्ष दिंदे ने, कहंदे ने महला पहलिया का शब्द है, शब्द जिहड़ा है ना इस पंक्ति भुलन अंदर सब को भुल गुरु करतार, यह महला पहला का शब्द है। तो कहते हैं क्या गुरु नानक साहब यह कहना चाहते हैं कि एक मैं नहीं भुलदा तो एक रब नहीं भुलदा, बाकी सारे भुलन आप। क्या गुरमत का सिद्धांत है, गुरु साहब यह गल कह सकते हैं। उत्थे भी फिर मतलब इस तरह की कई सारिया गल्लां जिहड़ियां ना वो आईयां सामने पिछले कुछ टाइम तो, पर एक्चुअल जो शब्द उस पूरा पढ़ी है ना, मैं कुछ दिन पहले वो की है शब्द, वो शब्द पूरा उत्तों की जो पढ़ना शुरू करते हैं, बड़ा लंबा शब्द है, साढ़े कोल समा नहीं है विचारन का। वो शब्द इस तरह है कि माया दे विच पै के इंसान बड़ा कुछ भुलदा है, बहुत कुछ वो अपना बड़िया चीज़ां वो, लेकिन गुरु साहब ने दसिया उस लिस्ट दी है भी तू की चीज़ां एक्चुअल दे तैनूं भुलनियां चाहिए, मान अहंकार यह चीज़ां तैनूं भुल जानियां चाहिए जे तू सच वाले पासे चले। फिर उस सारे शब्द दे विच जिहड़ा ना उस मैं शायद शब्द सामने आ जाए, उस शब्द दे विच फिर आगे जाके कहते हैं कि सारिया चीज़ां तू भुल जा, लेकिन वो कहते हैं भुलन अंदर सब को, भुल गुरु करतार। एक गुरु ते करतार उन्हें भुली, भावें भावें और सारा कुछ भुल जा। सो यह शब्द जिहड़ा है, हाँ अगे कहते हैं गुरमत मन समझाया लागा तिसे प्यार, नानक साच ना विसरे मेले शब्द अपार। सच नहीं विसरना चाहिए और रब गुरु नहीं विसरना चाहिए। भुल गुरु करतार ए भुलन वाली चीज़ नहीं हैगी। बाकी और जो मर्जी दुनियावी चीज़ां भुल, अगर भुलना भी है तो उस प्रथाएं शब्द चल रहा है, असीं कित्थे लै गए उन्होंने। असीं शब्द पिछे एक होर भी किया, डिठे सभे थां नहीं तुद जे है, कित्थे सानू शब्द लैके दरबार साहब नाल जोड़ दिता गया। और डिठे सभे थां नहीं तुद, और तुद दरबार साहब थोड़ा ना है उत्थे, हो सकता उस दरबार साहब बनया ही ना हो जिस टाइम शब्द गुरु साहब ने उचारिया, महला पंजवां का शब्द। लेकिन सानू घुमा के वो फोटो के थले लिख दिता गया कि शायद दरबार साहब के प्रथाएं लिखा होया, असीं वो शब्द कर चुके। इस तरह के कितने ही शब्द है ने, असीं लिस्ट बनाई है उस शब्दों की, तो कितने ही शब्द ऐसे होंगे कि जिहड़े शब्द सानू मिसगाइड किया गया सानू शब्दों के अर्थां राहीं। सो अज का जिहड़ा शब्द है बड़ा क्योंकि बहुत ज़्यादा पढ़िया जाता है, खास तौर पर जो बरसी आती है महापुरखों की ब्रह्म ज्ञानियों की, उदों बाबा बोलते तो कहाँ गए, यह शब्द तो वैसे ही लग जाता है। तो साडा भी ध्यान उत्थे ही बाबा जी वाल चला जाता, जिहड़ा ग्रुप जिहड़ा है उन्हों का ध्यान अपने बाबा जी वाल चला जाता कि वो हुण पता नहीं कित्थे चले गए, पहले इत्थे सी। लेकिन वो शब्द जिहड़ा किस प्रथाएं है, किस उच्ची अवस्था का शब्द कबीर साहब ने उचारिया, वो असी घर जाके होर उन्होंने गहराई नाल देखी। अज असी शब्द साडे कोल टाइम लिमिटेड सी, तो सिर्फ लफ्जी अर्थ किए ने, बाकी उन्होंने होर गहरे अर्थ असी भाव अर्थां च नहीं गए। लेकिन साडा मेरा मकसद अज दा यही सी कि असी उन्हां शब्दां नूं जरूर समझीए, उन्हां लफ्ज़ां नूं ही जिहड़े लफज जिहड़े ने अलोप होंदे जा रहे हैं, तो आने वाले टाइम 'च साडी असी पनीरी नूं कुछ दे सकीए। भुलां चुकां दी खीमा। वाहिगुरू जी का खालसा, वाहिगुरू जी की।